ਪ੍ਰਭਜੋਤ ਜੀ ਸਵਾਗਤ ਕਰਦੇ ਹਾਂ ਤੁਹਾਡਾ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਕੱਲ ਦੀ ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ ਔਰ ਕੱਲ ਤੋਂ ਲੈ ਕੇ ਹੁਣ ਤੱਕ 24 ਘੰਟੇ ਹੋਏ ਹੈ। 24 ਘੰਟੇ ਦੇ ਵਿੱਚ ਹਰ ਘੰਟੇ ਕੋਈ ਨਾ ਕੋਈ ਨਵੀਂ ਖਬਰ ਆ ਰਹੀ ਹੈ ਔਰ ਜਿਹੜੇ ਆਪਣੇ ਯੂਕੇ ਦੇ ਚੁਣੇ ਹੋਏ ਨੁਮਾਇੰਦੇ ਨੇ, ਉਹਦੇ 'ਚ ਮਿਸਟਰ ਢੇਸੀ ਦਾ ਨਾਮ ਵੀ ਸ਼ਾਮਲ ਕਹਿ ਸਕਦੇ ਹਾਂ, ਉਹਨਾਂ ਨੇ ਵੀ ਕਾਫੀ ਸਖਤ ਸ਼ਬਦਾਂ ਦੇ ਵਿੱਚ ਕੰਡੈਮਡ ਕੀਤਾ ਹੈ ਜੋ ਕੁਝ ਵੀ ਕੈਨੇਡੀਅਨ ਸੋਇਲ ਦੇ ਉੱਤੇ ਦੋਸ਼ ਲੱਗ ਰਿਹਾ ਭਾਰਤ ਦੀਆਂ ਏਜੰਸੀਆਂ ਨੇ ਜੋ ਹੱਤਿਆ ਹੋਈ ਹੈ ਹਰਦੀਪ ਸਿੰਘ ਨਿੱਜਰ ਦੀ। ਆਸਟ੍ਰੇਲੀਆ ਨੇ ਵੀ ਭਾਰਤ ਨਾਲ ਗੱਲਬਾਤ ਕੀਤੀ ਹੈ ਇਸ ਮਸਲੇ ਨੂੰ ਲੈ ਕੇ। ਅਮਰੀਕਾ ਪਹਿਲਾਂ ਹੀ ਸਖਤ ਸ਼ਬਦਾਂ ਦੇ ਵਿੱਚ ਇਸ ਨੂੰ ਕੰਡੈਮਡ ਕਰ ਚੁੱਕਾ ਹੈ, ਡੀਪ ਕੰਸਰਨ ਸ਼ੋ ਕਰ ਚੁੱਕਾ ਹੈ। ਤਾਂ ਇੱਕ ਤੋਂ ਬਾਅਦ ਇੱਕ ਜਿਹੜੇ ਆ ਮੁਲਕ, ਔਰ ਮੈਂ ਦੇਖ ਰਿਹਾ ਸੀ ਇੱਕ ਟਰਕਿਸ਼ ਪ੍ਰੈਜ਼ੀਡੈਂਟ ਨੇ ਔਰ ਇਹਨਾਂ ਨੇ ਵੀ ਕਸ਼ਮੀਰ ਦਾ ਮੁੱਦਾ ਉਠਾ ਦਿੱਤਾ ਹੈ। ਹੁਣ ਜਿਹੜਾ ਕਸ਼ਮੀਰ ਦਾ ਮੁੱਦਾ ਹੁਣ ਆਲਮੋਸਟ ਜਦੋਂ ਦਾ ਧਾਰਾ 370 ਨੂੰ ਤੋੜਿਆ ਗਿਆ ਸੀ, ਕਸ਼ਮੀਰ ਦੇ ਜੰਮੂ ਕਸ਼ਮੀਰ ਦੇ ਹਿੱਸੇ ਕੀਤੇ ਗਏ ਸੀ, ਉਸ ਤੋਂ ਬਾਅਦ ਇਹ ਮੁੱਦਾ ਆਲਮੋਸਟ ਐਂ ਲੱਗਦਾ ਸੀ ਪਾਕਿਸਤਾਨ 'ਤੇ ਚੁੱਪ ਕਰਕੇ ਬੈਠ ਹੀ ਗਿਆ ਸੀ, ਪਰ ਮੁੜ ਤੋਂ ਕਸ਼ਮੀਰ ਦਾ ਮੁੱਦਾ ਵੀ ਉੱਭਰਨਾ ਸ਼ੁਰੂ ਹੋ ਗਿਆ। ਇਹ ਜਿਹੜੀਆਂ ਵੀ ਡਿਵੈਲਪਮੈਂਟਸ ਲਗਾਤਾਰ ਹੁਣ ਹੋ ਰਹੀਆਂ ਔਰ ਦੋਨਾਂ ਮੁਲਕਾਂ ਵੱਲੋਂ ਖਾਸ ਤੌਰ ਦੇ ਉੱਤੇ ਐਡਵਾਈਜ਼ਰੀ ਜਾਰੀ ਕਰਨੀ ਆਪੋ ਆਪਣੇ ਨਾਗਰਿਕਾਂ ਨੂੰ, ਪਹਿਲਾਂ ਕੈਨੇਡਾ ਨੇ ਕੀਤੀ ਕਿ ਇੰਡੀਆ ਦੇ ਵਿੱਚ ਕਿਤੇ ਵੀ ਬਲਾਸਟ ਹੋ ਸਕਦੇ ਆ, ਟੈਰਰਿਸਟ ਅਟੈਕ ਹੋ ਸਕਦੇ ਆ। ਐਸਾ ਕੀ ਹੋ ਗਿਆ 2 ਦਿਨਾਂ ਦੇ ਵਿੱਚ ਹੀ 4 ਦਿਨਾਂ 'ਚ ਕਿ ਕੈਨੇਡਾ ਨੂੰ ਹੁਣ ਲੱਗਣ ਲੱਗ ਪਿਆ ਕਿ ਉੱਥੇ ਤੇ ਅਟੈਕ ਹੋਣ ਲੱਗ ਪਏ ਜਾਂ ਟੈਰਰਿਸਟ ਅਟੈਕ ਹੋ ਸਕਦੇ ਆ। ਪਹਿਲਾਂ ਐਡਵਾਈਜ਼ਰੀ ਸਿਰਫ ਜੰਮੂ ਕਸ਼ਮੀਰ ਜਾਂ ਲੱਦਾਖ ਜਾਂ ਕੋਈ ਪੰਜਾਬ ਦੇ ਕੁਝ ਹਿੱਸਿਆਂ ਤੱਕ ਸੀਮਤ ਸੀ, ਪਰ ਪੂਰੇ ਕੈਨੇਡਾ ਪੂਰੇ ਭਾਰਤ ਦੇ ਵਿੱਚ ਐਡਵਾਈਜ਼ਰੀ ਇਸ਼ੂ ਕਰਨੀ। ਅਤੇ ਹੁਣ ਭਾਰਤ ਵੱਲੋਂ ਵੀ ਐਡਵਾਈਜ਼ਰੀ ਫਿਰ ਆ ਗਈ ਹੈ ਆਪਣੇ ਨਾਗਰਿਕਾਂ ਨੂੰ ਕਿ ਨਸਲੀ ਹਮਲੇ ਹੋ ਰਹੇ ਆ, ਉੱਥੇ ਅਟੈਕ ਹੋ ਸਕਦੇ ਆ। ਇੱਕ ਤੋਂ ਬਾਅਦ ਇੱਕ ਜਿਹੜਾ ਇਹ ਨਵੀਂ ਤੋਂ ਨਵੀਂ ਖਬਰ ਹਰ ਪਲ ਕੋਈ ਨਾ ਕੋਈ ਆ ਰਹੀ ਹੈ। ਇਹ ਮੈਂ ਜ਼ਿਕਰ ਕਰ ਰਿਹਾ ਸੀ ਕਿ ਦੋਨਾਂ ਮੁਲਕਾਂ ਦੇ ਸਰਕਾਰਾਂ ਲਈ ਕਿੰਨੀ ਕੁ ਚਿੰਤਾ ਹੈ ਨਹੀਂ ਹੈ, ਪਰ ਲੋਕਾਂ ਲਈ, ਆਮ ਜਨਤਾ ਲਈ ਇੱਕ ਬੜਾ ਮਨ 'ਚ ਸਹਿਮ ਇਸ ਗੱਲ ਨਾਲ ਪੈਦਾ ਹੋ ਗਿਆ ਕਿ ਕੀ ਵੀਜ਼ੇ ਲੱਗਣਗੇ, ਜਿਹੜੇ ਲੋਕ ਭਾਰਤ ਜਾਣਾ ਚਾਹੁੰਦੇ ਹੈ, ਜਿਹੜੇ ਭਾਰਤ ਤੋਂ ਇੱਥੇ ਆਉਣਾ ਚਾਹੁੰਦੇ ਹੈ, ਪੀਪਲ ਟੂ ਪੀਪਲ ਜਿਹੜਾ ਸਾਡਾ ਸੰਪਰਕ ਹੈ ਕੀ ਉਹ ਵੀ ਟੁੱਟ ਜਾਏਗਾ। ਬਹੁਤ ਸਾਰੇ ਖਦਸ਼ੇ ਲੋਕਾਂ ਦੇ ਮਨਾਂ 'ਚ ਆ ਰਹੇ ਹੈ। ਪ੍ਰਭਜੋਤ ਜੀ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਇਹ ਸਿਚੁਏਸ਼ਨ ਜਿਹੜੀ ਹੈ ਬਹੁਤ ਹੀ ਜਿਹੜੀ ਹੈ ਨਾ, ਜਿਹਨੂੰ ਸੈਂਸਿਟਿਵ ਕਹਿੰਦੇ ਆਪਾਂ, ਬਹੁਤ ਸੈਂਸਿਟਿਵ ਸਿਚੁਏਸ਼ਨ ਆ। ਬਿਕੋਜ਼ ਜਿਹੜੇ ਭਾਰਤੀ ਮੂਲ ਦੇ ਲੋਕ ਨੇ, ਕੈਨੇਡੀਅਨ ਸਿਟੀਜ਼ਨ ਨੇ, ਉਹਨਾਂ ਲਈ ਵੀ, ਜਿਹੜੇ ਹਲੇ ਆਏ ਨੇ ਸਟੂਡੈਂਟਸ ਉਹਨਾਂ ਲਈ ਵੀ, ਔਰ ਜਿਹੜੇ PR ਨੇ ਜਿਹੜੇ ਕੋਲ ਇੰਡੀਅਨ ਸਿਟੀਜ਼ਨਸ਼ਿਪ ਹੈ ਲੇਕਿਨ ਉਹਨਾਂ ਕੋਲ ਪਰਮਾਨੈਂਟ ਰੈਜ਼ੀਡੈਂਸੀ ਹੈ ਕੈਨੇਡਾ, ਉਹਨਾਂ ਲਈ ਵੀ। ਉਹਦੇ ਨਾਲ ਨਾਲ ਜਿਹੜੇ ਲੋਕ ਕੈਨੇਡਾ ਤੇ ਇੰਡੀਆ ਦੇ ਵਪਾਰ ਨਾਲ ਜੁੜੇ ਹੋਏ ਨੇ ਉਹਨਾਂ ਲਈ ਵੀ ਬੜੀ ਟੈਨਸ਼ਨ ਦਾ ਇੱਕ ਕਾਜ਼ ਬਣਿਆ ਹੋਇਆ। ਬਿਕੋਜ਼ ਜਿੰਨੀ ਦੇਰ ਜਿਹੜੇ ਸੁਖਾਵੇਂ ਰਿਲੇਸ਼ਨ ਨਹੀਂ ਹੁੰਦੇ ਤਾਂ ਟ੍ਰੇਡ, ਇੰਡਸਟਰੀ, ਇਨਵੈਸਟਮੈਂਟਸ, ਜੋ ਕੁਛ ਵੀ ਤੁਸੀਂ ਕਹੋ, ਉਹ ਤਰੱਕੀ ਵੱਲ ਨਹੀਂ ਜਾ ਸਕਦੇ। ਸਭ ਨੂੰ ਅਨਸਰਟਨਟੀ ਜਿਹੜੀ ਹੁੰਦੀ ਹੈ, ਇੱਕ ਅਨਸਰਟਨਟੀ ਇਜ਼ ਵਨ ਆਫ ਦਾ ਬਿਗੇਸਟ ਫੈਕਟਰ ਜਿਹੜੀ ਡੈਟਰੀਮੈਂਟਲ ਹੁੰਦੀ ਆ ਪ੍ਰੋਗਰੈਸ ਕਰਨ ਨੂੰ, ਰੋਕਦੀ ਆ ਹਰ ਹਾਲਤ ਵਿੱਚ। ਸੋ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਬਣਦੇ ਜਾ ਰਹੇ ਨੇ, ਬੇਸ਼ੱਕ ਇਹ ਟਰੈਵਲ ਐਡਵਾਈਜ਼ਰੀਜ਼ ਕੋਈ ਨਵੀਆਂ ਨਹੀਂ, ਤੁਹਾਨੂੰ ਯਾਦ ਹੋਣਾ ਕੁਛ ਮਹੀਨੇ ਪਹਿਲਾਂ ਵੀ ਇੰਡੀਆ ਨੇ ਤੇ ਕੈਨੇਡਾ ਨੇ ਇਸ਼ੂ ਕੀਤੀਆਂ ਸੀ, ਫਿਰ ਕੈਨੇਡਾ ਨੇ ਕਲੈਰੀਫਾਈ ਕੀਤਾ ਸੀ ਕਿ ਨਹੀਂ ਅਸੀਂ ਸਿਰਫ ਇਹ ਗੱਲ ਕਹੀ ਹੈ, ਨਵੀਂ ਕੋਈ ਗੱਲ ਨਹੀਂ ਕਹੀ, ਇਹ ਪੁਰਾਣੀ ਹੈ, ਇਹਦਾ ਟਾਈਮ ਟੂ ਟਾਈਮ ਇਸ਼ੂ ਹੁੰਦੀ ਰਹਿੰਦੀ ਹੈ। ਸੋ ਇੰਡੀਆ ਨੇ ਵੀ ਹੁਣ ਜਾਰੀ ਕਰ ਦਿੱਤੀ ਹੈ, ਆਪਣੇ ਸਟੂਡੈਂਟਸ ਨੂੰ ਪਹਿਲਾਂ ਵੀ ਜਾਰੀ ਕੀਤੀ ਸੀ ਕਿ ਤੁਸੀਂ ਰਜਿਸਟਰ ਕਰਾਓ ਆਪਣੇ ਕੈਨੇਡੀਅਨ ਐਮਬੈਸੀ ਨੂੰ, ਕੈਨੇਡੀਅਨ ਕੌਂਸੂਲੇਟ, ਇੰਡੀਅਨ ਕੌਂਸੂਲੇਟ ਨੂੰ, ਟੋਰਾਂਟੋ ਵਿੱਚ, ਵੈਨਕੂਵਰ ਵਿੱਚ ਜਾਂ ਆਟਵਾ ਵਿੱਚ, ਹਾਈ ਕਮਿਸ਼ਨ ਕੋਲ। ਸੋ ਇੱਕ ਤਰ੍ਹਾਂ ਦੀ ਤੁਸੀਂ ਇੰਸਟੈਡ ਆਫ ਗਿਵਿੰਗ ਕੌਨਫੀਡੈਂਸ ਟੂ ਯੂਰ ਪੀਪਲ, ਤੁਸੀਂ ਲੋਕਾਂ ਵਿੱਚ ਡਰ ਤੇ ਸਹਿਮ ਪਾ ਰਹੇ ਹੋ ਕਿ ਉੱਥੇ ਆਹ ਹੋ ਰਿਹਾ, ਉੱਥੇ ਆਹ ਹੋ ਰਿਹਾ। ਕੈਨੇਡਾ ਵਾਲੇ ਆਪਣੇ ਲੋਕਾਂ ਨੂੰ ਕਹਿ ਰਹੇ ਕਿ ਤੁਸੀਂ ਇੰਡੀਆ ਜਾਣ ਤੋਂ ਗੁਰੇਜ਼ ਕਰੋ, ਇੰਡੀਆ ਵਾਲੇ ਕਹਿ ਰਹੇ ਕਿ ਤੁਸੀਂ ਜਾਓ ਤਾਂ ਗੁਰੇਜ਼ ਕਰੋ ਤੇ ਆਹ ਚੀਜ਼ਾਂ ਧਿਆਨ ਰੱਖੋ। ਸਰਕਾਰਾਂ ਦਾ ਕੰਮ ਤਾਂ ਲੋਕਾਂ ਦਾ ਕੌਨਫੀਡੈਂਸ ਬਿਲਡ ਕਰਨਾ ਹੁੰਦਾ ਹੈ, ਕਿ ਕੌਨਫੀਡੈਂਸ ਸ਼ੈਟਰ ਕਰਨਾ ਨਹੀਂ ਹੁੰਦਾ। ਪਰੰਤੂ ਆਪਣੇ ਪੋਲੀਟੀਕਲ ਜਿਹੜੇ ਤੁਹਾਡੇ ਇਸ਼ੂਜ਼ ਨੇ, ਜਿਹੜੇ ਡਿਸਪਿਊਟਸ ਨੇ, ਕਿਸੇ ਕਾਰਨ ਵੀ ਨੇ, ਪ੍ਰੋਜੈਕਟ ਇਸ਼ੂ ਸੀਰੀਅਸ ਵੀ ਹੋ ਸਕਦੇ ਨੇ ਔਰ ਹਨ ਵੀ ਸੀਰੀਅਸ। ਇਹਨਾਂ ਦਾ ਹੱਲ ਨੈਗੋਸ਼ੀਏਸ਼ਨ ਨਾਲ ਹੈ, ਡਿਪਲੋਮੈਟਿਕ ਚੈਨਲਸ ਨਾਲ ਹੈ, ਪਰ ਡਿਪਲੋਮੈਟਿਕ ਲੜਾਈਆਂ ਨਾਲ ਨਹੀਂ ਹੋ ਸਕਦਾ। ਕਿ ਅੱਜ ਹੁਣ ਜਿਹੜੀ ਯੂਨਾਈਟਿਡ ਨੇਸ਼ਨ ਵਿੱਚ ਜੋ ਸੈਸ਼ਨ ਚੱਲ ਰਿਹਾ, ਉੱਥੇ G7 ਨੇਸ਼ਨ ਦਾ ਵੀ ਜੋ ਬਿਆਨ ਉਹਨਾਂ ਨੇ ਦਿੱਤਾ, ਬੇਸ਼ੱਕ ਉਹਨਾਂ ਨੇ ਭਾਰਤ ਦਾ ਮੈਂਸ਼ਨ ਤਾਂ ਨਹੀਂ ਕੀਤਾ, ਲੇਕਿਨ ਜਿਹੜੀ ਲੜਾਈ ਹੈ, ਜਿਵੇਂ ਤੁਸੀਂ ਕਿਹਾ ਕਿ ਟਰਕੀ ਨੇ ਹੁਣ ਕਸ਼ਮੀਰ ਦਾ ਇਸ਼ੂ ਰੇਜ਼ ਕਰ ਦਿੱਤਾ, ਹੁਣ ਇੰਡੀਆ ਇਜ਼ ਅੰਡਰ ਅਟੈਕ
ਇਸ ਵੇਲੇ ਰਾਈਟ ਨਾਓ ਇੰਡੀਆ ਦੇ ਅੰਡਰ ਅਟੈਕ। ਬੇਸ਼ੱਕ ਕੁਝ ਦੇਸ਼ਾਂ ਨੇ ਹਲੇ ਕਿਹਾ ਹੈ ਕਿ ਕੈਨੇਡਾ ਨੇ ਜਦ ਤੱਕ ਪੂਰਾ ਐਵੀਡੈਂਸ ਨਹੀਂ ਆ ਜਾਂਦਾ ਸੀ, ਬਿਲਕੁਲ ਉਹਨਾਂ ਦੇ ਹੱਥ ਵਿੱਚ ਨਹੀਂ ਆ ਜਾਂਦਾ ਸੀ, ਇੱਕ ਸਿਰਫ ਇਸ ਕਹਿਣਾ ਕਿ ਉਹਨਾਂ ਕੋਲ ਸਬੂਤ ਆ ਰਹੇ ਨੇ ਉਹ ਕਾਫੀ ਨਹੀਂ ਹੁੰਦਾ। ਬਿਕਾਜ਼ ਇੱਕ ਤਰ੍ਹਾਂ ਦੇ ਰਿਲੇਸ਼ਨ ਜੋ ਤੁਹਾਡੇ ਆਲਰੇਡੀ ਬੜੇ ਸੋਇਲਡ ਰਿਲੇਸ਼ਨ ਨੇ, ਰਿਲੇਸ਼ਨ ਬਹੁਤ ਚੰਗੇ ਨਹੀਂ, ਤਾਂ ਉਸ ਵੇਲੇ ਉਸ ਗੱਲ ਨੂੰ ਹੋਰ ਵਧਾ ਦੇਣਾ ਕਿ ਜੇ ਤੁਸੀਂ ਮੋਦੀ ਨਾਲ ਗੱਲ ਕਰਕੇ ਆਏ ਸੀ ਤਾਂ ਕੁਝ ਸਮਾਂ ਹੋਰ ਵੇਟ ਕਰਕੇ ਉਹ ਐਲੀਗੇਸ਼ਨ ਕਨਫਰਮ ਕਰ ਲੈਂਦੇ ਕਿ ਹਾਂ ਇਹ ਸਾਡੇ ਕੋਲ ਐਵੀਡੈਂਸ ਹੈ, ਦਿਸ ਇਜ਼ ਕੋਰੋਬੋਰੇਟਿੰਗ ਐਵੀਡੈਂਸ, ਦਿਸ ਇਜ਼ ਸਪੋਰਟਿੰਗ ਐਵੀਡੈਂਸ ਔਰ ਦਿਸ ਇਜ਼ ਬੇਸਿਕ ਐਵੀਡੈਂਸ, ਤੇ ਫਿਰ ਤੁਹਾਨੂੰ ਦੁਨੀਆ ਤੁਹਾਡੇ ਨਾਲ ਹੋ ਜਾਣੀ ਸੀ, ਸਾਰੀ ਦੁਨੀਆ ਨੇ ਸਪੋਰਟ ਕਰਨਾ ਸੀ। ਪਰੰਤੂ ਹੁਣ ਵੀ ਲੋਕਾਂ ਨੂੰ ਸ਼ੱਕ ਹੈ ਕਿ ਸਿਰਫ ਕਿਉਂਕਿ ਜਿਹੜੀ ਪੋਲੀਟੀਕਲ ਸਿਚੁਏਸ਼ਨ ਸੀ, ਪੋਲੀਟੀਕਲ ਸਿਚੁਏਸ਼ਨ ਸੀ ਲਿਬਰਲ ਪਾਰਟੀ ਦੀ, ਉਹ ਜਾਂ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੀ ਉਹ ਇੰਨੀ ਜ਼ਿਆਦਾ ਸਿਕਿਉਰ ਨਹੀਂ ਸੀ, ਸੋ ਉਹਨਾਂ ਦੀ ਜਿਹੜੀ ਵਿਜ਼ਿਟ ਰਹੀ ਇੰਡੀਆ G20 ਦੀ ਉਹ ਬਹੁਤ ਸੁਖਾਵੀ ਨਹੀਂ ਰਹੀ, ਸੋ ਇਹ ਇੱਕ ਪੈਂਤਰਾ ਵਰਤਿਆ ਗਿਆ। ਲੇਕਿਨ ਰਿਐਲਿਟੀ ਕੀ ਹੈ ਇਹ ਤਾਂ ਸਿਰਫ ਪੋਲੀਟੀਸ਼ੀਅਨ ਹੀ ਦੱਸ ਸਕਦੇ ਨੇ, ਪਰ ਆਮ ਜਨਤਾ ਵਿੱਚ ਜਿਹੜਾ ਸਹਿਮ ਹੈ, ਜਿਹੜੀ ਤੁਸੀਂ ਗੱਲ ਕੀਤੀ ਹੈ, ਜਾਂ ਡਰ ਹੈ, ਉਹ ਵੱਧਦਾ ਜਾ ਰਿਹਾ। ਔਰ ਇਹ ਇੱਕ ਕਿਸੇ ਵੀ ਕੰਟਰੀ ਲਈ ਇਹ ਜਿਹੜੀ ਸਿਚੁਏਸ਼ਨ ਹੈ ਸੁਖਾਵੀ ਨਹੀਂ ਹੁੰਦੀ ਕਿ ਲੋਕਾਂ ਵਿੱਚ ਅਨਸਰਟਨਟੀ ਹੋਵੇ, ਬੇਸ਼ੱਕ ਰੀਜ਼ਨ ਕੁਛ ਵੀ ਹੋਵੇ, ਚਾਹੇ ਉਹ ਬਾਇਲੇਟਰਲ ਰਿਲੇਸ਼ਨਸ ਹੋਣ, ਲੇਕਿਨ ਲੋਕ ਤਾਂ ਆਰਾਮ ਨਾਲ ਆਪਣੀ ਜ਼ਿੰਦਗੀ ਬਿਤਾਉਣੀ ਚਾਹੁੰਦੇ ਨੇ। ਜੇ ਤੁਸੀਂ ਸਾਰੀਆਂ ਗੱਲਾਂ ਮੰਨ ਵੀ ਲਓ ਤਾਂ ਜਿਹੜੇ ਲੋਕ ਇਨਵੋਲਵ ਵੀ ਨੇ ਇਹਨਾਂ ਜਿਹੜੇ ਜਿਸ ਨੂੰ ਲੈ ਕੇ ਇਹ ਬਚਿਆ ਹੋਇਆ ਇਸ਼ੂ ਰੇਜ਼ ਹੋਇਆ ਇਹਨਾਂ ਮੀਡੀਆ ਵਿੱਚ ਇੰਨਾ ਹਾਈਲਾਈਟ ਹੋ ਰਿਹਾ, ਥਾਂ ਡਿਸਕਸ਼ਨ ਹੋ ਰਹੀ ਹੈ, ਉਹ ਕਿੰਨੇ ਕੁ ਲੋਕ ਇਨਵੋਲਵ ਹੋਣਗੇ ਉਹਨਾਂ ਵਿੱਚ। ਲੇਕਿਨ ਪਾਪੂਲੇਸ਼ਨ ਦਾ ਜੇ ਤੁਸੀਂ ਲਾਰਜਰ ਪਾਪੂਲੇਸ਼ਨ ਦੇਖੋ ਤਾਂ ਜਿਹੜੀ ਪਾਪੂਲੇਸ਼ਨ ਅਫੈਕਟ ਹੋ ਰਹੀ ਹੈ ਉਹ ਕਿੰਨਾ ਲਾਰਜ ਹੈ, ਇੰਪੈਕਟ ਇਹਦਾ ਕਿੰਨਾ ਵੱਡਾ ਹੈ। ਸੋ ਇਹਨੂੰ ਮਿਨੀਮਾਈਜ਼ ਕਰਨਾ ਚਾਹੀਦਾ ਇੰਸਟੈਡ ਕਿ ਇਹਨੂੰ ਹੋਰ ਫਲੇਅਰ ਅਪ ਕੀਤਾ ਜਾਵੇ। ਮੇਰੀ ਓਪੀਨੀਅਨ ਤਾਂ ਇਹ ਕਹਿੰਦੀ ਹੈ ਕਿ ਇਹਨੂੰ ਕੂਲ ਡਾਊਨ ਕਰਨਾ ਚਾਹੀਦਾ ਹੈ। ਬਹੁਤ ਗਵਰਨਮੈਂਟਸ ਨੂੰ ਦੇ ਸ਼ੁੱਡ ਸਿਟ ਟੂਗੈਦਰ ਐਂਡ ਟਰਾਈ ਟੂ ਸੌਰਟ ਆਊਟ ਡਿਫਰੈਂਸਿਸ, ਐਂਡ ਜਿਹੜਾ ਵੀ ਐਕਸ਼ਨ ਬਣਦਾ ਹੈ, ਜੋ ਵੀ ਰੂਲ ਆਫ ਲਾਅ ਦੇ ਐਕਸ਼ਨ ਬਣਦਾ ਹੈ, ਐਕਸ਼ਨ ਲਓ, ਜ਼ਰੂਰ ਲਓ। ਜੇ ਤੁਹਾਨੂੰ ਬੰਦੇ ਵਾਂਟਡ ਨੇ ਤਾਂ ਡਿਪੋਰਟੇਸ਼ਨ ਆਇਆ, ਤੁਹਾਡੇ ਕੋਲ ਐਕਸਟ੍ਰਾਡੀਸ਼ਨ ਦੀਆਂ ਤੁਹਾਡਾ ਐਗਰੀਮੈਂਟ ਸਾਈਨ ਹੋਇਆ, ਤੁਸੀਂ ਐਕਸਟ੍ਰਾਡਾਈਟ ਕਰਾਓ, ਤੁਸੀਂ ਵਾਪਸ ਬੰਦੇ ਮੰਗੋ, ਉਹਨਾਂ ਦੀ ਟ੍ਰਾਇਲ ਕਰੋ। ਲੇਕਿਨ ਬਾਕੀ ਜਨਤਾ ਦੀ ਜਿਹੜੀ ਪੀਸ ਲਵਿੰਗ ਜਨਤਾ ਹੈ ਉਹਨੂੰ ਤਾਂ ਤੁਸੀਂ ਇਸ ਤਰ੍ਹਾਂ ਦੀ ਦੁਚਿੱਤੀ 'ਚ ਨਾ ਪਾਵੋ। ਸੋ ਲਾਰਜਰ ਇੰਟਰਸਟ ਇਹੀ ਹੋਏਗਾ ਕਿ ਲੋਕ ਆਪਣੇ ਕੰਮਾਂ ਵਿੱਚ ਲੱਗਣ, ਇੰਸਟੈਡ ਕਿ ਅਨਸਰਟਨਟੀ ਫੀਲ ਕਰਨ। ਉਹਨਾਂ ਨੂੰ ਲੱਗੇ ਕਿ ਮੈਂ ਹੁਣ ਅੱਗੋਂ ਕੰਮ ਕਰਾਂ ਕਿ ਨਾ ਕਰਾਂ, ਮੈਂ ਪਤਾ ਨਹੀਂ ਕੈਨੇਡਾ 'ਚ ਰਹੂੰਗਾ ਕਿ ਨਹੀਂ ਰਹੂੰਗਾ, ਜਾਂ ਮੈਂ ਇੰਡੀਆ 'ਚ ਇਨਵੈਸਟ ਕਰਾਂ ਕਿ ਨਾ ਕਰਾਂ, ਮੇਰੀ ਇਨਵੈਸਟਮੈਂਟ ਇੰਡੀਆ ਚੱਲੇਗੀ ਕਿ ਨਹੀਂ ਚੱਲੇਗੀ। ਸੋ ਇਸ ਤਰ੍ਹਾਂ ਦੀ ਅਨਸਰਟਨਟੀ ਇਟ ਮਸਟ ਐਂਡ, ਐਂਡ it can end only if the government decide sincerely to resolve the differences through dialogue, which is the accepted system। ਕਿ ਕੋਈ ਵੀ ਡਿਫਰੈਂਸਿਸ ਹੁੰਦੇ ਨੇ ਦੋ ਕੰਟਰੀਆਂ ਵਿੱਚ, ਅਲਟੀਮੇਟਲੀ ਤਾਂ ਤੁਹਾਡੀ ਨੈਗੋਸ਼ੀਏਸ਼ਨਸ ਹੀ ਹੁੰਦੀਆਂ ਨੇ ਨਾ, ਸੈਟਲਮੈਂਟ ਤਾਂ ਥਰੂ ਟਾਕਸ ਹੀ ਹੁੰਦੀ ਆ। ਕੋਈ ਲੜਾਈਆਂ ਤਾਂ ਹੁੰਦੀਆਂ ਨਹੀਂ, ਹੁਣ ਕਨਫਲਿਕਟ ਤਾਂ ਹੁੰਦੀਆਂ ਨਹੀਂ, ਹੁਣ ਤਾਂ ਸਿਰਫ ਵਰਬਲ ਜਿਹੜੀ ਵਾਰ ਹੁੰਦੀ ਹੈ, ਵਰਬਲ ਵਾਰ ਹੁੰਦੀ ਹੈ, ਜਿਹੜੀ ਲਫ਼ਜ਼ਾਂ ਦੀ ਵਾਰ ਹੁੰਦੀ ਆ, ਉਹ ਵਾਰ ਚੱਲਦੀ ਹੈ ਕੰਟਰੀਆਂ ਦੀ ਆਪਸ ਵਿੱਚ। ਜਿਹੜੇ ਟਾਇਰੇਟਸ ਹੁੰਦੇ ਨੇ ਇੱਕ ਦੂਜੇ ਦੇ ਅਗੇਂਸਟ ਭਾਸ਼ਣਬਾਜ਼ੀ ਤੇ ਸਟੇਟਮੈਂਟਬਾਜ਼ੀ, ਜਿਹਦਾ ਅਲਟੀਮੇਟਲੀ ਫੈਮਿਲੀ ਤਾਂ ਜ਼ਰੂਰ ਇੱਕ ਸਰਕਾਰ ਨੂੰ ਜਾਂ ਇੱਕ ਪਾਰਟੀ ਨੂੰ ਐਡਵਾਂਟੇਜ ਮਿਲਦਾ ਹੋਏਗਾ, ਲੇਕਿਨ ਲੌਂਗ ਰਨ ਵਿੱਚ ਉਹਦਾ ਬੜਾ ਨੁਕਸਾਨ ਹੁੰਦਾ। ਔਰ ਰਿਲੇਸ਼ਨ ਜਦੋਂ ਖਰਾਬ ਹੋ ਜਾਂਦੇ ਨੇ ਤੇ ਬਣਾਉਣੇ ਬੜੇ ਮੁਸ਼ਕਿਲ ਹੋ ਜਾਂਦੇ ਨੇ। ਔਰ ਸਪੈਸ਼ਲੀ ਇੰਡੀਆ ਤੇ ਕੈਨੇਡਾ ਦੇ ਜਿਹੜੇ ਪੀਪਲ ਟੂ ਪੀਪਲ ਰਿਲੇਸ਼ਨ ਤੇ ਬਹੁਤ ਸਟਰੋਂਗ ਨੇ, ਲੇਕਿਨ ਗਵਰਨਮੈਂਟ ਟੂ ਗਵਰਨਮੈਂਟ ਜਿਹੜੇ ਰਿਲੇਸ਼ਨ ਨੇ ਉਹ ਕਾਫੀ ਲੰਬੇ ਸਮੇਂ ਤੋਂ ਇੰਨੇ ਸੁਖਾਵੇਂ ਨਹੀਂ ਰਹੇ। ਸੋ ਇੰਸਟੈਡ ਕਿ ਡਿਪਲੋਮੈਟਿਕਲੀ ਕੰਮ ਕੀਤਾ ਜਾਵੇ ਔਰ ਰਿਲੇਸ਼ਨ ਇੰਪਰੂਵ ਕੀਤੇ ਜਾਣ, ਉਹਨਾਂ ਨੂੰ ਹੋਰ ਇੱਕ ਦੂਜੇ ਤੋਂ ਡਿਸਟੈਂਸ ਕੀਤਾ ਜਾ ਰਿਹਾ, ਇੱਕ ਦੂਜੇ ਤੋਂ ਪਰੇ ਕੀਤਾ ਜਾ ਰਿਹਾ, ਚਾਹੇ ਕੁਛ ਵੀ ਰੀਜ਼ਨ ਹੋਵੇ, ਜੋ ਵੀ ਰੀਜ਼ਨ ਹੋਵੇ, ਰੀਜ਼ਨ ਦਾ ਕੋਈ ਸੋਲੂਸ਼ਨ ਵੀ ਜ਼ਰੂਰ ਹੋਏਗਾ, ਕੋਈ ਸਮੱਸਿਆ ਦਾ ਉਹਦਾ ਹੱਲ ਵੀ ਜ਼ਰੂਰ ਹੋਏਗਾ। ਉਹ ਹੱਲ ਡਿਪਲੋਮੈਟਿਕਲੀ ਔਰ ਨੈਗੋਸ਼ੀਏਸ਼ਨ ਵਾਲੀ ਲੱਭਿਆ ਜਾਣਾ ਚਾਹੀਦਾ, ਨਾ ਕਿ ਜਾਨੀ ਪਬਲਿਕ ਕਰਕੇ ਲੋਕਾਂ ਵਿੱਚ ਅਨਸਰਟਨਟੀ, ਲੋਕਾਂ ਵਿੱਚ ਇੱਕ ਡਰ ਦੀ ਭਾਵਨਾ ਲਿਆ ਕੇ। ਜੀ ਇੱਕ ਗੱਲ ਹੋਰ ਕਰ ਲਈਏ, ਫਿਰ ਤੁਹਾਡੇ ਤੋਂ ਇਜਾਜ਼ਤ ਚਾਹਾਂਗੇ। ਇਹ ਮਾਮਲਾ ਇੰਟਰਨੈਸ਼ਨਲ ਬਣ ਸਕਦਾ ਕਿ ਨਹੀਂ? ਵੈਸੇ ਤਾਂ ਬਣ ਹੀ ਚੁੱਕਾ ਹੈ, ਕਿਉਂਕਿ ਪਲ ਪਲ ਖਬਰਾਂ ਆ ਰਹੀਆਂ ਕਿ ਟਰੂਡੋ ਨੇ ਐਵੇਂ ਨਹੀਂ ਇਹ ਪੱਤਾ ਖੇਡਿਆ। ਉਹਨਾਂ ਨੇ ਪਹਿਲਾਂ ਬਕਾਇਦਾ, ਕੱਲ੍ਹ ਵੀ ਅਸੀਂ ਗੱਲ ਕੀਤੀ ਸੀ ਕਿ UK ਦੇ ਵਿੱਚ ਉਹਨਾਂ ਦੇ ਸਟਾਫ ਨੇ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਆਪਣੇ ਕਾਊਂਟਰ ਪਾਰਟ ਨਾਲ ਸਭ ਤੋਂ ਪਹਿਲਾਂ ਗੱਲ ਕੀਤੀ। ਅਮਰੀਕਾ ਨਾਲ ਟਰੂਡੋ ਨੇ ਲੱਗਦਾ ਖੁਦ ਗੱਲ ਕੀਤੀ ਹੈ, ਜਾਂ ਤਾਂ ਜੋ ਬਾਈਡਨ ਨਾਲ ਕੀਤੀ ਹੈ, ਜਾਂ ਟਾਪ ਲੈਵਲ 'ਤੇ ਗੱਲ ਜ਼ਰੂਰ ਅਮਰੀਕਾ 'ਚ ਵੀ ਹੋਈ ਹੈ, ਹੋਰਨਾਂ ਅਲਾਈਜ਼ ਨਾਲ ਵੀ ਹੋਏਗੀ। ਇਸ ਵੇਲੇ ਜਦੋਂ ਕਿ ਸਾਡੇ ਪ੍ਰਾਈਮ ਮਿਨਿਸਟਰ ਪਹੁੰਚ ਚੁੱਕੇ ਹੈ, ਯੂਨਾਈਟਿਡ ਨੇਸ਼ਨ ਦੀ ਜਿਹੜੀ ਜਨਰਲ ਅਸੈਂਬਲੀ ਹੈ ਉਹਦੀ ਚੱਲ ਰਹੀ ਹੈ ਮੀਟਿੰਗ ਇਸ ਵੇਲੇ,
ਜਿੱਥੇ ਅਸੀਂ ਹੁਣੇ ਗੱਲ ਦੱਸੀ ਹੈ ਕਿ ਟਰਕੀ ਦੇ ਪ੍ਰਾਈਮ ਮਿਨਿਸਟਰ ਨੇ, ਪ੍ਰੈਜ਼ੀਡੈਂਟ ਨੇ ਕਸ਼ਮੀਰ ਦਾ ਮੁੱਦਾ ਉਠਾਇਆ ਹੈ, ਉੱਥੇ ਕੱਲ੍ਹ ਜੋ ਬਾਈਡਨ ਬੋਲੇ ਵੀ ਨੇ। ਤੋ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਤਾਂ ਉਹ G20 ਦੇ ਇੰਨੀ ਉੱਥੇ ਉਹ ਬਿਜ਼ੀ ਰਹੇ, ਥੱਕ ਗਏ ਨੇ, ਆਏ ਨਹੀਂ। ਉਹਨਾਂ ਦੀ ਥਾਂ ਦੇ ਉੱਤੇ ਭਾਰਤ ਦੇ ਜਿਹੜੇ ਵਿਦੇਸ਼ ਮੰਤਰੀ ਨੇ ਜੈ ਸ਼ੰਕਰ, ਉਹ ਆਏ ਨੇ। ਅਤੇ ਟਰੂਡੋ ਲੇਕਿਨ ਆਪ ਪਹੁੰਚੇ ਹੋਏ ਨੇ। ਸਾਡੀ ਜਿਹੜੀ ਵਿਦੇਸ਼ ਮੰਤਰੀ ਹੈ ਮੈਲਨੀ ਜੋਲੀ, ਉਹ ਵੀ ਪਹੁੰਚੀ ਹੋਈ ਹੈ। ਤਾਂ ਜੇ ਉਹਨਾਂ ਨੇ ਮੁੱਦਾ ਟਰੂਡੋ ਨੇ ਉਠਾ ਲਿਆ ਉੱਥੇ ਜਨਰਲ ਅਸੈਂਬਲੀ ਦੇ ਵਿੱਚ, ਤਾਂ ਇਹ ਮੁੱਦਾ ਬੜਾ ਸੀਰੀਅਸ ਬਣ ਜਾਏਗਾ। ਫਿਰ ਤਾਂ ਇੰਟਰਨੈਸ਼ਨਲ ਰੂਪ ਲੈ ਲਏਗਾ ਇਹ ਮੁੱਦਾ। ਪਰ ਜੇ ਨਾ ਵੀ ਲਿਆ ਤਾਂ ਟਰੂਡੋ ਕੋਲ ਇੱਕ ਪਲੇਟਫਾਰਮ ਜ਼ਰੂਰ ਹੋਏਗਾ ਜਿੱਥੇ ਉਹ ਵਰਲਡ ਲੀਡਰਸ ਨੂੰ ਮਿਲਣਗੇ। ਡੈਫੀਨੇਟਲੀ ਉਹ ਪਰਸਨਲ ਲੈਵਲ ਦੇ ਉੱਤੇ ਇਹ ਮੁੱਦਾ ਉਹਨਾਂ ਨਾਲ ਸ਼ੇਅਰ ਕਰਨਗੇ। ਤੋ ਟਰੂਡੋ ਦਾ ਉੱਥੇ ਜਾਣਾ, ਇਸ ਯੂਨਾਈਟਿਡ ਨੇਸ਼ਨ ਦੀ ਜਨਰਲ ਅਸੈਂਬਲੀ 'ਚ ਸ਼ਿਰਕਤ ਕਰਨਾ, ਤੇ ਮੋਦੀ ਦਾ ਉੱਥੇ ਨਾ ਆਉਣਾ ਐਸੇ ਸਮੇਂ ਦੇ ਵਿੱਚ, ਇਸ ਕ੍ਰੂਸ਼ਲ ਮੂਮੈਂਟ 'ਤੇ, ਜਦੋਂ ਕਿ ਵਰਲਡ ਲੈਵਲ 'ਤੇ ਉੱਤੇ ਮੁੱਦਾ ਇਸ ਵੇਲੇ ਬਣ ਗਿਆ। CNN, BBC ਤੁਸੀਂ ਚੱਕ ਕੇ ਦੇਖੋ, ਹਰ ਜਗ੍ਹਾ, ਹਰ ਵਾਸ਼ਿੰਗਟਨ ਪੋਸਟ, ਹਰ ਜਗ੍ਹਾ ਇਹ ਖਬਰ ਅਹਿਮ ਹੈ। ਤੋ ਇਹ ਅਗਰ ਇੰਟਰਨੈਸ਼ਨਲ ਰੂਪ ਲੈ ਲੈਂਦੀ ਹੈ, ਇਹ ਮਾਮਲਾ ਲੈ ਲੈਂਦਾ, ਇਹ ਭਾਰਤ ਲਈ, ਜਿਹਨੇ ਕਿ ਹੁਣੇ G20 'ਚ ਐਡੀ ਵੱਡੀ ਸਫਲਤਾ ਹਾਸਲ ਕੀਤੀ, ਬੱਲੇ ਬੱਲੇ ਕਰਵਾਈ, ਇੱਕਦਮ ਸਭ ਕੁਝ ਭਾਰਤ ਲਈ ਜਿਹੜਾ ਹੈ ਉਹ ਮਿੱਟੀ ਹੁੰਦਾ ਨਜ਼ਰ ਆ ਰਿਹਾ ਹੈ। ਮਿੱਟੀ ਤਾਂ ਨਹੀਂ ਕਹਿਣਾ ਚਾਹੀਦਾ, ਇੰਨੀ ਛੇਤੀ ਚੀਜ਼ਾਂ ਹੁੰਦੀਆਂ, ਪਰ ਭਾਰਤ ਡਿਫੈਂਸਿਵ ਹੋ ਗਿਆ ਹੈ। ਭਾਰਤ ਲਈ ਵੱਡਾ ਸੈਟਬੈਕ ਹੈ ਇਹਦੇ 'ਚੋਂ ਕਲੀਨ ਹੋ ਕੇ ਨਿਕਲਣਾ। 1-2 ਮਿੰਟ ਨੇ ਸਾਡੇ ਕੋਲ, ਪ੍ਰਭਜੋਤ ਜੀ, ਸਮ ਅਪ ਕਰਨਾ ਚਾਹੋ। ਇਹ ਬਿਲਕੁਲ ਤੁਸੀਂ ਬਿਲਕੁਲ ਦਰੁਸਤ ਕਿਹਾ। ਦੇਖੋ ਭਾਰਤ ਇਸ ਵੇਲੇ ਕਾਰਨਰ ਹੋ ਗਿਆ, ਸਾਰੇ ਪਾਸੋਂ ਅਟੈਕ ਸ਼ੁਰੂ ਹੋ ਗਏ ਨੇ। ਜਿਹੜੇ ਕੰਟਰੀ ਦੇਖ ਰਹੇ ਸੀ ਕਿ ਇੰਡੀਆ ਦੀ ਜਿਹੜੀ ਫਿਨੋਮੀਨਲ ਗਰੋਥ ਹੋ ਰਹੀ ਹੈ ਐਜ਼ ਇਕਨੋਮਿਕ ਪਾਵਰ ਔਰ ਐਜ਼ ਅ ਲੀਡਰ, ਸਾਊਥ ਲੀਡਰ ਦੀ, ਸੋ ਕਿਤੇ ਨਾ ਕਿਤੇ ਲੱਗਦਾ ਸੀ ਕਿ ਕੋਈ ਨਾ ਕੋਈ ਜੇ ਗੱਲ ਹੋ ਗਈ ਤਾਂ ਉਹ ਮੌਕਾ ਨਹੀਂ ਛੱਡਣਗੇ ਕਿ ਭਾਰਤ ਨੂੰ ਵਾਪਸ ਦੱਸਣ ਕਿ ਭਾਰਤ ਲੀਡਰ ਨਹੀਂ ਬਣ ਸਕਦਾ। ਸੋ ਇੱਕ ਤਰ੍ਹਾਂ ਦਾ ਜਿਹੜਾ ਹੁਣ ਜਿੰਨੇ ਵੀ ਕੰਟਰੀ ਨੇ, ਜਿਹੜੇ ਸਾਊਥ ਦੇ ਕੰਟਰੀ, ਇਹਨਾਂ ਵਿੱਚ ਕੋਈ ਵੀ ਵੱਡਾ ਕੰਟਰੀ ਸ਼ਾਮਿਲ ਨਹੀਂ ਹੋਇਆ ਜਿਹਨੇ ਇਸ ਤਰ੍ਹਾਂ ਦੇ ਇੰਸੀਡੈਂਟ ਵਿੱਚ ਕੋਈ ਬਿਆਨ ਕੀਤਾ ਹੋਵੇ, ਜਿਵੇਂ G20 ਦੇ ਜਾਂ ਬ੍ਰਾਜ਼ੀਲ ਆ ਜਾਂ ਸਾਊਥ ਅਫਰੀਕਾ ਆ, ਈਵਨ ਹੁਣ ਚਾਈਨਾ ਤੇ ਰਸ਼ੀਆ ਚਲੋ ਪਹਿਲਾਂ ਹੀ ਇਹਨਾਂ ਦੇ ਨਾਲ ਨਹੀਂ ਹੈਗੇ। ਲੇਕਿਨ ਜਿਹੜਾ ਬਾਕੀ ਵੈਸਟਰਨ ਵਰਲਡ ਹੈ, ਜਿਵੇਂ ਫਰਾਂਸ, ਜਰਮਨੀ, ਕੈਨੇਡਾ, UK ਔਰ US, ਇਹਨਾਂ ਦੀ ਸੁਰ ਜ਼ਰੂਰ ਇੱਕ ਦੂਜੇ ਨਾਲ ਮਿਲਦੀ ਹੈ ਜਿਹੜੇ 5 ਆਈਜ਼ ਵਿੱਚ। ਲੇਕਿਨ ਜਿਹੜਾ ਸਟੇਟਮੈਂਟ ਕੱਲ ਜਾਰੀ ਕੀਤਾ G7 ਨੇ, ਉਹਨਾਂ ਨੇ ਬਿਲਕੁਲ ਇੰਡੀਆ ਦਾ ਨਾਂ ਨਹੀਂ ਲਿਆ। ਸੋ ਇਹਦਾ ਮਤਲਬ ਇਹ ਹੈ ਕਿ ਉਹਨਾਂ ਨੇ ਰਸ਼ੀਆ ਦੀ ਗੱਲ ਕੀਤੀ ਹੈ, ਚਾਈਨਾ ਦੀ ਗੱਲ ਕੀਤੀ ਹੈ, ਇੰਡੋ ਪੈਸਿਫਿਕ ਏਰੀਆ ਦੀ ਗੱਲ ਕੀਤੀ ਹੈ, ਲੇਕਿਨ ਕੈਨੇਡਾ ਜਿਹੜਾ ਮੁੱਦਾ ਚੱਕਿਆ ਉਹਦਾ ਬਿਲਕੁਲ ਮੈਂਸ਼ਨ ਨਹੀਂ ਕੀਤਾ ਗਿਆ। ਜਿਹੜੀ G7 ਦੀ ਸਟੇਟਮੈਂਟ ਕੱਲ ਜਾਰੀ ਹੋਈ ਆ ਆਫਟਰ ਯੂਨਾਈਟਿਡ ਨੇਸ਼ਨ ਦੇ ਸੈਸ਼ਨ ਚੱਲ ਰਿਹਾ, ਉੱਥੇ ਇਹ ਸਾਰੇ ਕੰਟਰੀਆਂ ਨੇ ਮਿਲ ਕੇ ਜਿਹੜੀ ਗੱਲ ਕੀਤੀ ਆ। ਸੋ ਉੱਥੇ ਕਿਤੇ ਨਾ ਕਿਤੇ ਲੱਗਦਾ ਕਿ ਬਾਕੀ ਕੰਟਰੀ ਵੀ ਵਾਚ ਕਰ ਰਹੇ ਨੇ ਕਿਸ ਤਰ੍ਹਾਂ ਦੀ ਸਿਚੁਏਸ਼ਨ ਡਿਵੈਲਪ ਹੁੰਦੀ ਹੈ ਅੱਗੋਂ, ਤੇ ਇੰਡੀਆ ਨੂੰ ਤਾਂ ਡੈਫੀਨੇਟਲੀ ਆਪਣੇ ਆਪ ਨੂੰ ਡਿਫੈਂਡ ਕਰਨਾ ਮੁਸ਼ਕਿਲ ਹੋ ਰਿਹਾ, ਕਿਉਂਕਿ ਤੁਸੀਂ ਜਿਸ ਤਰ੍ਹਾਂ ਦੇ ਐਲੀਗੇਸ਼ਨ ਲਗਾ ਰਹੇ ਹੋ ਔਰ ਦੂਸਰੇ ਗੱਲਾਂ ਕਹਿ ਰਹੇ ਹੋ ਔਰ ਆਪ ਜੋ ਕਰਦੇ ਹੋ, ਉਹਦੇ ਵਿੱਚ ਡਿਫਰੈਂਸ ਬਹੁਤ ਵੱਡਾ। ਔਰ ਇੰਡੀਆ ਦੀ ਹਿਸਟਰੀ, ਪੁਰਾਣੀ ਹਿਸਟਰੀ, ਲੋਕ ਉਹਨੂੰ ਵੀ ਕੋਟ ਕਰਦੇ ਨੇ, ਔਰ ਕਸ਼ਮੀਰ ਦਾ ਇਸ਼ੂ ਫਿਰ ਰੇਜ਼ ਕਰਨਾ, ਬੰਗਲਾਦੇਸ਼ ਦੀ ਵਾਰ ਦੀ ਗੱਲ ਫਿਰ ਕਰਨੀ, ਇਹ ਸਾਰੀਆਂ ਗੱਲਾਂ ਵਾਪਸ ਉੱਥੇ ਹੀ ਲੈ ਜਾਂਦੀਆਂ ਨੇ। ਕਿ ਦੇਖੋ ਦੁਨੀਆ ਵਿੱਚ ਇਸ ਵੇਲੇ ਜੇ ਤੁਸੀਂ ਸ਼ਾਂਤੀ ਚਾਹੁੰਦੇ ਹੋ ਤਾਂ ਥਰੂ ਨੈਗੋਸ਼ੀਏਸ਼ਨ ਤੇ ਗੱਲਬਾਤ ਰਾਹੀਂ ਹੀ ਹੋ ਸਕਦੀ ਹੈ, ਔਰ ਧਮਕੀਆਂ ਨਾਲ, ਡਰ ਨਾਲ, ਡਰਾਵੇ ਨਾਲ ਕੋਈ ਗੱਲ ਨਹੀਂ ਹੋ ਸਕਦੀ। ਔਰ ਜੇ ਤੁਸੀਂ ਲੀਡਰਸ਼ਿਪ ਕਰਨੀ ਹੈ ਤਾਂ ਤੁਸੀਂ ਬਾਈ ਕੰਸੈਂਸਸ ਲੀਡਰ ਬਣੋ, ਨਾ ਕਿ ਬਾਏ ਤੁਸੀਂ ਛੋਟੇ ਕੰਟਰੀਆਂ ਨੂੰ ਜਾਂ ਜਿਹੜੇ ਕੰਟਰੀ ਤੁਸੀਂ ਸੋਚਦੇ ਹੋ ਕਿ ਤੁਹਾਡੇ ਨਾਲ ਨਹੀਂ ਚੰਗੇ ਤੇ ਉਹਨਾਂ ਨਾਲ ਤੁਸੀਂ ਇਸ ਤਰ੍ਹਾਂ ਦਾ ਬਿਹੇਵ ਕਰੋ। ਸੋ ਇੰਡੀਆ ਨੂੰ ਬਹੁਤ ਸਾਰੇ ਆਪਣੇ ਜਿਹੜੇ ਵੇਜ਼ ਨੇ ਬੈਂਡ ਕਰਨੇ ਪੈਣਗੇ, ਔਰ ਈਵਨ ਜਿਹੜੇ ਕੈਨੇਡਾ ਵਰਗੇ ਕੰਟਰੀ ਨੇ ਔਰ ਜਿਹੜੇ 5 ਆਈਜ਼ ਨੇ ਜਾਂ G7 ਦੇ ਕੰਟਰੀਜ਼ ਨੇ, ਉਹਨਾਂ ਨੂੰ ਵੀ ਬਾਕੀ ਕੰਟਰੀ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕਰਨੀ ਪੈਣੀ ਹੈ। ਇਸ ਕਰਕੇ ਨਹੀਂ ਕਿ ਉਹ ਕਦੇ ਵੀ ਇਕੱਠੇ ਹੋ ਜਾਂਦੇ ਨੇ, ਸੁਪਰ ਪਾਵਰ ਨੇ, ਤੇ ਕਦੇ ਵੀ ਕਿਸੇ ਨੂੰ ਬ੍ਰੋਬੀਟ ਕਰ ਸਕਦੇ ਨੇ, ਕਿਸੇ ਨੂੰ ਵੀ ਡਰਾ ਸਕਦੇ ਨੇ। ਸੋ ਇੱਕ ਫੇਅਰ ਜਿਹੜਾ ਹੁੰਦਾ ਕਿ ਫੇਅਰ ਪਲੇ ਦੀ ਗੱਲ ਜਿਹੜੀ ਹੁੰਦੀ ਆ, ਉਹ ਵਰਲਡ ਨੂੰ ਹੁਣ ਯੂਨਾਈਟਿਡ ਨੇਸ਼ਨ ਦੀ ਕਿੰਨੀ ਪਾਵਰ ਹੈਗੀ ਹੈ, ਜਦੋਂ ਤੁਸੀਂ ਦੇਖੋ ਕਿ ਕਿੰਨੇ ਸਾਰੇ ਫੋਰਮ ਬਣ ਗਏ ਨੇ, G20, G7, ਫਿਰ ਏਸ਼ੀਆ ਦਾ ਹੈਗਾ, ਹੋਰ ਜਿਹੜੇ ਬ੍ਰਿਕਸ ਹੈਗੇ, ਇੰਨੇ ਸਾਰੇ ਫੋਰਮ ਬਣ ਗਏ ਨੇ ਜਿੱਥੇ
ਸਾਰੇ ਦੇਸ਼ਾਂ ਨੂੰ ਹੁਣ ਮੌਕਾ ਮਿਲਦਾ ਆਪਣੀ ਗੱਲਬਾਤ ਕਹਿਣ ਦਾ, ਕਰਨ ਦਾ ਤੇ ਇੱਕ ਦੂਜੇ ਨੂੰ ਨਾਲ ਲੈ ਕੇ ਚੱਲਣ ਦਾ। ਬੇਸ਼ੱਕ ਸਾਰੇ ਹੀ ਵੱਡੇ ਫੋਰਮਾਂ ਵਿੱਚ ਡਿਫਰੈਂਸ ਜਿਹੜਾ ਓਪੀਨੀਅਨ ਹੈ ਬਹੁਤ ਵੱਡਾ ਹੈ। ਚਾਹੇ G20 ਲੈ ਲਓ, ਉਹਦੇ ਇੱਕ ਪਾਸੇ ਰਸ਼ੀਆ ਚਾਈਨਾ ਬਲੌਕ ਆ ਜਾਂਦਾ ਹੈ ਤੇ ਇੱਕ ਪਾਸੇ US ਸਾਰਾ ਬਲੌਕ ਆ ਜਾਂਦਾ ਹੈ। ਬ੍ਰਿਕਸ ਵਿੱਚ ਵੀ ਇਹੀ ਹਾਲ ਹੈ, ਚਾਈਨਾ ਰਸ਼ੀਆ ਇੱਕ ਪਾਸੇ ਹੋ ਜਾਂਦਾ, ਇੰਡੀਆ ਬੇਸ਼ੱਕ ਨੌਨ ਅਲਾਈਨਡ ਆਪਣੇ ਆਪ ਨੂੰ ਕਹਿ ਕੇ ਇਮਰਜ ਕਰ ਜਾਂਦਾ। ਪਰੰਤੂ ਜਿਹੜੀ ਦੁਨੀਆ ਦੀ ਇਸ ਵੇਲੇ ਜਿਹੜੀ ਡਿਵੈਲਪਮੈਂਟ ਹੋ ਰਹੀ ਹੈ ਕਿ ਫੋਕਸ ਜਿਹੜੇ ਇਸ਼ੂਜ਼ ਨੇ ਬੜੇ ਵੱਡੇ, ਪਾਵਰਟੀ ਦਾ, ਅਨਇੰਪਲੋਇਮੈਂਟ ਦਾ ਆ, ਡਰੱਗਸ ਦਾ ਆ, ਹੋਰ ਵੱਡੇ ਵੱਡੇ ਇਸ਼ੂਜ਼ ਨੇ, ਉਹ ਪਰੇ ਹੋ ਜਾਂਦੇ ਨੇ ਤੇ ਇਹ ਜਿਹੜੀ ਪਾਵਰ ਸਟਰਗਲ ਆ ਜਾਂ ਇਕਨੋਮਿਕ ਸਟਰਗਲ ਆ ਇਹ ਮੇਨ ਇਮਰਜ ਕਰ ਜਾਂਦੀ ਆ। ਔਰ ਇਸ ਵੇਲੇ ਇਕੋਨਮੀ ਜਿਹੜੀ ਆ, ਜਿੰਨੀ ਇਨਫਲੇਸ਼ਨ ਦੁਨੀਆ ਵਿੱਚ ਹੋ ਰਹੀ ਆ ਔਰ ਜਿੰਨੀ ਇਕੋਨਮੀ ਥੱਲੇ ਜਾ ਰਹੀ ਹੈ ਸਾਰੇ ਕੰਟਰੀਆਂ ਦੀ, ਉਸ ਕਾਜ਼ਸ ਆਫ ਕੰਸਰਨ ਨੇ। ਸੋ ਡਿਵਰਸ਼ਨ ਕੋਸ਼ਿਸ਼ ਕਰਦੇ ਨੇ ਬਹੁਤ ਸਾਰੇ ਵੱਡੇ ਨੇਸ਼ਨ ਕਿ ਦੂਜੇ ਪਾਸੇ ਲੋਕਾਂ ਦਾ ਇੰਟਰਸਟ ਪਾ ਕੇ ਬੇਸਿਕ ਇਸ਼ੂਜ਼ ਤੋਂ ਪਰੇ ਹਟਿਆ ਜਾ ਸਕੇ। ਔਰ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਇਸ਼ੂਜ਼ ਵਿੱਚ ਲੋਕਾਂ ਨੂੰ ਇਨਵੋਲਵ ਕਰ ਦਿਓ ਔਰ ਜਿਹੜੇ ਲੋਕ ਬੇਸਿਕ ਇਸ਼ੂ ਨੇ ਜਿਹੜੇ ਫਾਈਟ ਕਰਦੇ ਨੇ, ਜਿਵੇਂ ਕੈਨੇਡਾ ਵਿੱਚ ਆਪਣੀ ਪ੍ਰੋਬਲਮ ਨੇ, ਹਾਊਸਿੰਗ ਦੀ ਪ੍ਰੋਬਲਮ ਹੈ, ਅਨਇੰਪਲੋਇਮੈਂਟ ਦੀ ਪ੍ਰੋਬਲਮ ਹੈ, ਇਨਫਲੇਸ਼ਨ ਦੀ ਪ੍ਰੋਬਲਮ ਹੈ, ਹੋਰ ਸਾਰੇ ਪ੍ਰੋਬਲਮਸ ਨੇ, ਉਹਨਾਂ ਨੂੰ ਪਰੇ ਹਟ ਕੇ ਇਸ਼ੂ ਡਿਵਰਟ ਹੋ ਜਾਂਦਾ। ਪਰ ਐਕਚੁਅਲ ਜਿਹੜੀ ਗੱਲ ਹੈ ਉਹ ਇਹ ਹੈ ਕਿ ਲੋਕਾਂ ਦੀ ਗੱਲ ਕਰਨ ਲਈ ਇਹ ਬਹੁਤ ਸਾਰੇ ਇਸ ਤਰ੍ਹਾਂ ਦੇ ਮਸਲੇ ਉੱਠਦੇ ਨੇ ਟਾਈਮ ਟੂ ਟਾਈਮ ਔਰ ਉਹ ਤੁਹਾਨੂੰ ਡਿਵਰਟ ਕਰਦੇ ਨੇ। ਸੋ ਮੈਨੂੰ ਲੱਗਦਾ ਇਹ ਹੈ ਕਿ ਇਸ ਵੇਲੇ ਜੇ ਹੁਣ ਯੂਨਾਈਟਿਡ ਨੇਸ਼ਨ ਸੈਸ਼ਨ ਚੱਲ ਰਿਹਾ, ਬੇਸ਼ੱਕ ਜੇ ਇਸ਼ੂ ਰੇਜ਼ ਵੀ ਹੁੰਦਾ ਤਾਂ ਉੱਥੇ ਡਿਬੇਟ ਹੋ ਕੇ ਇਸ ਦਾ ਇੱਕ ਵਾਰੀ ਵਾਂਸ ਫॉर ਆਲ ਇਸਦਾ ਸੈਟਲਮੈਂਟ ਹੋ ਜਾਣਾ ਚਾਹੀਦਾ ਕਿ ਕੀ ਇੱਕ ਦੂਜੇ ਕੰਟਰੀ ਦੀ ਸੋਵਰੇਨਿਟੀ ਦੇ ਵਿੱਚ ਜਿਵੇਂ ਤੁਸੀਂ ਜਿਹੜੇ ਸਿਸਟਮ ਨੇ, ਰੂਲ ਆਫ ਲਾਅ ਆ, ਉਹਦੇ ਪ੍ਰੋਵੀਜ਼ਨਸ ਨੇ, ਐਕਸਟ੍ਰਾਡੀਸ਼ਨ ਦੀ ਪ੍ਰੋਵੀਜ਼ਨਸ ਨੇ, ਹੋਰ ਤਰ੍ਹਾਂ ਦੀ ਪ੍ਰੋਵੀਜ਼ਨਸ ਨੇ, ਉਹਨਾਂ ਨੂੰ ਬਿਲਕੁਲ ਸਹੀ ਢੰਗ ਨਾਲ ਯੂਜ਼ ਕਰਕੇ ਜਿਹੜੇ ਇਹ ਅਕ੍ਰੋਸ ਦਾ ਬਾਉਂਡਰੀਜ਼ ਤੁਹਾਡੇ ਹੁੰਦੇ ਆ, ਇੰਟਰਨੈਸ਼ਨਲ ਕ੍ਰਾਈਮ ਹੁੰਦਾ, ਉਹਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ। ਜਿਵੇਂ ਟੈਰਰਿਜ਼ਮ ਦੀ ਪ੍ਰੋਬਲਮ ਪਹਿਲਾਂ ਵੀ ਇੱਕ ਯੂਨੈਨਿਮਿਟੀ ਬਣੀ ਹੋਈ ਹੈ ਵਰਲਡ ਦੀ ਕਿ ਟੂ ਫਾਈਟ ਟੈਰਰਿਜ਼ਮ ਕਲੈਕਟਿਵਲੀ, ਤੇ ਉਸੇ ਤਰ੍ਹਾਂ ਦੀ ਇਸ਼ੂ ਲੈ ਕੇ ਹੁਣ ਵੀ ਇੱਕ ਰੈਜ਼ੋਲੂਸ਼ਨ ਪਾਸ ਕਰਕੇ ਇੱਦਾਂ ਦੀ ਗੱਲ ਕੀਤੀ ਜਾ ਸਕਦੀ ਹੈ ਕਿ ਜਿਹੜੇ ਬੰਦੇ ਵਾਂਟਡ ਨੇ ਬਾਈ ਲਾਅ ਇਨ ਵਨ ਕੰਟਰੀ, ਦੇ ਸ਼ੁੱਡ ਬੀ without any hindrances they should be handed back to the countries in which they are wanted, so that legal process ਉਹਦੇ 'ਚ ਇਨਸ਼ੋਰ ਕੀਤਾ ਜਾਵੇ ਕਿ ਉਹਨਾਂ ਨੂੰ ਉਹਨਾਂ 'ਤੇ ਕੋਈ ਇਸ ਤਰ੍ਹਾਂ ਦੀ ਐਕਸਟ੍ਰੀਮ ਪੈਨਲਟੀ ਨਾ ਲਗਾਈ ਜਾਵੇ, ਉਹਨਾਂ ਨੂੰ ਬਿਲਕੁਲ ਬਾਈ ਲਾਅ, ਰੂਲ ਆਫ ਲਾਅ ਦੇ ਨਾਲ ਟਰਾਇਲ ਕੀਤਾ ਜਾਵੇ। ਸੋ ਇਸ ਤਰ੍ਹਾਂ ਦੀ ਇੱਕ ਨੈਗੋਸ਼ੀਏਸ਼ਨ ਕਰਕੇ, ਸੈਟਲਮੈਂਟ ਕਰਕੇ ਮੇਰਾ ਖਿਆਲ ਹੈ ਕਿ ਇਸ ਤਰ੍ਹਾਂ ਦੀ ਪ੍ਰੋਬਲਮ ਨੂੰ ਹੱਲ ਕੀਤਾ ਜਾ ਸਕਦਾ। ਜਿਵੇਂ ਤੁਸੀਂ ਗੱਲ ਕੀਤੀ ਹੈ, ਵੱਡੀ ਲਿਸਟ ਦਿੱਤੀ ਇੰਡੀਆ ਨੇ, ਉਹ ਲਿਸਟਾਂ ਤਾਂ ਹੀ ਫਾਇਦਾ ਹੋਏਗਾ ਜੇ ਉਹ 'ਤੇ ਅਮਲ ਹੋਏਗਾ। ਜੀ ਠੀਕ ਹੈ ਜੀ, ਥੈਂਕ ਯੂ ਸੋ ਮਚ। ਔਰ ਇੱਕ ਪਾਸੇ ਇਹ ਸਾਰਾ ਕੁਝ ਚੱਲ ਰਿਹਾ ਹੈ, ਦੂਜੇ ਪਾਸੇ ਇੰਡੋ ਪੈਸੀਫਿਕ ਜਿਹੜਾ ਇਹ ਰੀਜਨ ਬਣਾਇਆ ਗਿਆ ਹੈ ਜਿਹਦੇ ਵਿੱਚ ਭਾਰਤ ਬੜੀ ਅਹਿਮ ਰੋਲ ਪਲੇ ਕਰ ਰਿਹਾ ਹੈ, ਅਮਰੀਕਾ ਦਾ ਬੜਾ ਅਹਿਮ ਰੋਲ ਹੈ, ਉਹਦੇ 'ਚ ਕੈਨੇਡਾ ਵੀ ਹੁਣ ਤੱਕ ਨਾਲ ਹੀ ਸੀ, ਪਰ ਹੁਣ ਕੈਨੇਡਾ ਕਿੱਥੇ ਖੜਾ ਹੋਏਗਾ ਕਹਿਣਾ ਮੁਸ਼ਕਿਲ ਹੈ। ਪਰ ਇਹ ਵੀ ਦੱਸ ਦਈਏ ਕਿ 26 ਤੇ 27 ਸਤੰਬਰ ਨੂੰ 2 ਦਿਨ ਲਈ 22 ਮੁਲਕਾਂ ਦਾ ਇੱਕ ਕੌਨਕਲੇਵ ਜਿਹੜਾ ਉਹਨਾਂ ਦੇ ਆਰਮੀ ਚੀਫਸ ਦਾ ਹੈ ਉਹ ਉੱਥੇ ਹੋਣ ਜਾ ਰਿਹਾ ਹੈ। ਉਹਦੇ ਵਿੱਚ ਅਮਰੀਕਾ ਜਿਹੜਾ ਉਹ ਭਾਰਤ ਦੇ ਨਾਲ ਕੋ-ਹੋਸਟ ਕਰੇਗਾ। ਤਾਂ ਨਵੀਂ ਦਿੱਲੀ ਦੇ ਵਿੱਚ ਪੂਰੀ ਦੁਨੀਆ ਦੇ ਇਹ ਟੌਪ ਜਿਹੜੇ 22 ਕੰਟਰੀਜ਼ ਹੈ, ਚਾਹੇ ਤੇ ਉਹਨਾਂ ਦੇ ਆਰਮੀ ਚੀਫ, 15 ਤੇ ਆਰਮੀ ਚੀਫ ਆ ਰਹੇ ਨੇ, 7 ਜਿਹੜੇ ਨੇ ਉਹ ਹੋਰ ਉਹਨਾਂ ਦੇ ਟੌਪ ਦੇ ਆਰਮੀ ਦੇ ਆਫੀਸ਼ੀਅਲ ਜਿਹੜੇ ਉਹ 'ਚ ਹਿੱਸਾ ਲੈਣ ਲਈ ਪਹੁੰਚ ਰਹੇ ਨੇ। ਚਾਈਨਾ ਦਾ ਵੱਧਦਾ ਹੋਇਆ ਪ੍ਰਭਾਵ ਇਸ ਖਿੱਤੇ ਦੇ ਵਿੱਚ ਸਭ ਨੂੰ ਪਰੇਸ਼ਾਨ ਕਰ ਰਿਹਾ, ਖਾਸ ਤੌਰ 'ਤੇ ਅਮਰੀਕਾ ਨੂੰ, ਇੰਡੀਆ ਨੂੰ। ਉਹਦੇ ਲਈ ਇੱਕ ਬੜੀ ਵੱਡੀ ਰਣਨੀਤੀ ਤਿਆਰ ਕੀਤੀ ਗਈ ਹੈ ਇੰਡੋ ਪੈਸੀਫਿਕ। ਔਰ ਇਹ ਜਿਹੜੇ ਇੰਡੋ ਪੈਸੀਫਿਕ ਨੇਸ਼ਨਸ ਨੇ ਇਹਦੇ ਵਿੱਚ ਕੈਨੇਡਾ ਦਾ ਵੀ ਰੋਲ ਬਹੁਤ ਅਹਿਮ ਸੀ। ਇਸੇ ਕਰਕੇ ਕਿਹਾ ਜਾ ਰਿਹਾ ਹੈ ਕਿ ਜੇ ਇਹ ਕੈਨੇਡਾ ਔਰ ਇੰਡੀਆ ਦੇ ਰਿਲੇਸ਼ਨ ਖਰਾਬ ਹੁੰਦੇ ਹੈ ਤੇ ਫਿਰ ਕੀ ਮੈਂਬਰ ਰਹੇਗਾ ਕੈਨੇਡਾ ਇੰਡੋ ਪੈਸੀਫਿਕ ਇਸ ਸਾਰੇ ਅਭਿਆਨ ਦਾ ਕਿ ਜਾਂ ਉਸ ਤੋਂ ਹਟ ਜਾਏਗਾ? ਕੀ ਸਾਡਾ ਹੁਣ ਆਰਮੀ ਚੀਫ ਜਿਹੜੇ ਹੈ ਕੈਨੇਡਾ ਦੇ ਉੱਥੇ ਜਾਣਗੇ, ਕੈਨੇਡਾ ਵੱਲੋਂ ਨੁਮਾਇੰਦਗੀ ਹੋਵੇਗੀ? ਤਾਂ ਇਹ ਸਾਰਾ ਕੁਝ ਨਾਲ ਚੱਲ ਰਿਹਾ ਹੈ। ਤਾਂ ਜੋ ਕੁਝ ਵੀ ਵਾਪਰ ਰਿਹਾ ਦੁਨੀਆ ਦੇ ਵਿੱਚ, ਇਹਨਾਂ ਸਾਰੇ ਮੁਲਕਾਂ ਨੇ ਅਗਰ ਇੱਕ ਹੋਣਾ ਹੈ, ਚਾਈਨਾ ਦੇ ਵੱਧਦੇ ਹੋਏ ਪ੍ਰਭਾਵ ਨੂੰ ਘਟਾਉਣਾ ਹੈ, ਤੇ ਅਮਰੀਕਾ ਨੂੰ ਫਿਰ ਇੰਡੀਆ ਦੀ ਲੋੜ ਹੈ। ਪਰ ਇਸ ਮਾਮਲੇ ਵਿੱਚ ਅਮਰੀਕਾ ਕੈਨੇਡਾ ਨੂੰ ਵੀ ਪਿੱਛੇ ਨਹੀਂ ਛੱਡ ਸਕਦਾ, ਕਿਉਂਕਿ ਕਲੋਜ਼ੈਸਟ ਤੇ ਸਟਰੋਂਗੈਸਟ ਅਲਾਈਜ਼ 'ਚੋਂ ਇੱਕ ਹੈ ਅਮਰੀਕਾ ਦੇ ਕੈਨੇਡਾ। ਹੁਣ ਅਮਰੀਕਾ ਦੀ ਸਥਿਤੀ ਵੀ ਬੜੀ ਦਿਲਚਸਪ ਹੋ ਜਾਏਗੀ ਇਸ ਮਾਮਲੇ 'ਚ ਕਿ ਅਮਰੀਕਾ ਕਿੱਧਰ ਨੂੰ ਰੁਖ ਲੈਂਦਾ ਹੈ, ਕਿਉਂਕਿ ਪਤਾ ਲੱਗਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੂੰ ਸੱਦਾ ਦਿੱਤਾ ਹੈ ਚੀਫ ਗੈਸਟ ਦਾ ਅਗਲੇ ਸਾਲ ਦੀ ਰਿਪਬਲਿਕ ਡੇ ਪਰੇਡ ਦਾ ਪ੍ਰਾਈਮ ਮਿਨਿਸਟਰ ਮੋਦੀ ਨੇ। ਅਗਲੇ ਸਾਲ ਭਾਰਤ ਦੇ ਵਿੱਚ ਇਲੈਕਸ਼ਨ ਵੀ ਨੇ
ਤੇ ਜੋ ਬਾਈਡਨ ਅਗਰ ਜਾਂਦੇ ਨੇ ਤੇ ਡੈਫੀਨੇਟਲੀ ਮੋਦੀ ਇਸ ਨੂੰ ਪੂਰਾ ਕੈਸ਼ ਕਰਨਗੇ ਹੀ ਕਰਨਗੇ। ਜੋ ਬਾਈਡਨ ਜਾਂਦੇ ਨੇ ਨਹੀਂ ਜਾਂਦੇ, ਚੀਫ ਗੈਸਟ ਬਣਦੇ ਨੇ ਨਹੀਂ ਬਣਦੇ, ਇਹ ਤੇ ਹਜੇ ਗੱਲ ਕਨਫਰਮ ਨਹੀਂ ਹੈ। ਪਰ ਮੋਦੀ ਨੇ ਆਪਣੀ ਕੂਟਨੀਤੀ ਦੀ ਇੱਕ ਹੋਰ ਬੜੀ ਤਗੜੀ ਚਾਲ ਚੱਲੀ ਹੈ। ਇੱਕ ਪਾਸੇ ਇਹ ਸਾਰਾ ਮਾਮਲਾ, ਦੂਜੇ ਪਾਸੇ ਉਹਨਾਂ ਨੂੰ ਐਂ ਲੱਗਦਾ ਹੈ ਕਿ ਜੇ ਅਮਰੀਕਾ ਸਾਡੇ ਨਾਲ ਹੈ ਤੇ ਸਾਨੂੰ ਫਿਰ ਕਿਸੇ ਹੋਰ ਦੀ ਬਹੁਤੀ ਪਰਵਾਹ ਨਹੀਂ ਹੈ। ਤਾਂ ਭਾਰਤ ਨੇ ਹੁਣ ਤੱਕ ਬੈਲੈਂਸ ਅਪਰੋਚ ਰੱਖੀ ਹੈ। ਰਸ਼ੀਆ ਔਰ ਯੂਕਰੇਨ ਦੇ ਕਨਫਲਿਕਟ ਦੇ ਵਿੱਚ ਵੀ ਭਾਰਤ ਬਿਲਕੁਲ ਨਿਊਟਰਲ ਰਿਹਾ ਹੈ। ਪਰ ਇਹ ਜਿਹੜਾ ਮਾਮਲਾ ਸੀ, ਇਸ ਨੇ ਇੱਕਦਮ ਭਾਰਤ ਨੂੰ ਬੈਕਫੁੱਟ ਤੇ ਲੈ ਆਂਦਾ ਸੀ। ਭਾਰਤ ਦੇ ਆਏ ਨੇ ਡਿਫੈਂਸ ਮਿਨਿਸਟਰ ਇਸ ਵੇਲੇ ਯੂਨਾਈਟਿਡ ਨੇਸ਼ਨ ਦੇ ਵਿੱਚ, ਜੈ ਸ਼ੰਕਰ। ਤੋਂ ਦੇਖਦੇ ਹਾਂ ਕੀ ਮਾਮਲਾ ਬਣਦਾ ਹੈ। ਕੱਲ੍ਹ ਦੇ ਬਾਰੇ ਫਿਰ ਗੱਲਬਾਤ ਪ੍ਰਭਜੋਤ ਤੁਹਾਡੇ ਨਾਲ ਕਰਾਂਗੇ। ਪ੍ਰਭਜੋਤ ਜੀ ਕੱਲ੍ਹ ਮਿਲਦੇ ਹਾਂ ਫਿਰ। ਬਹੁਤ ਬਹੁਤ ਸ਼ੁਕਰੀਆ। ਓਕੇ ਜੀ, ਬਹੁਤ ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ।